ਇਲੈਕਟ੍ਰੋਨਿਕ ਵੋਕੇਸ਼ਨਲ ਅੱਜ ਦੀ ਇਸ ਵੀਡੀਓ 'ਚ ਆਪਾਂ ਟੌਪਿਕ ਕਰਾਂਗੇ ਲੌਜਿਕ ਗੇਟਸ। ਸਭ ਤੋਂ ਪਹਿਲਾਂ ਆਪਾਂ ਇਸ ਦੀ ਪਰਿਭਾਸ਼ਾ ਕਰਦੇ ਹਾਂ, ਭਾਵ ਇਸ ਨੂੰ ਡਿਫਾਈਨ ਕਰਦੇ ਹਾਂ। ਸਾਡੇ ਜਿਹੜੇ ਡਿਜੀਟਲ ਸਿਸਟਮਸ ਹੈ ਉਹਨਾਂ ਦਾ ਬੇਸ ਨੇ ਲੌਜਿਕ ਗੇਟਸ, ਭਾਵ ਲੌਜਿਕ ਗੇਟਸ ਦੀ ਵਰਤੋਂ ਕਰਕੇ ਹੀ ਸਾਡੇ ਜਿਹੜੇ ਡਿਜੀਟਲ ਸਿਸਟਮ ਨੇ, ਡਿਜੀਟਲ ਵਾਚਿਸ, ਕੈਲਕੂਲੇਟਰ, ਕੰਪਿਊਟਰ, ਉਹ ਸਾਰੇ ਡਿਜੀਟਲ ਗੇਟਸ ਦੀ ਵਰਤੋਂ ਕਰਕੇ ਹੀ ਆਪਣੀ ਵਰਕਿੰਗ ਨੂੰ ਪੂਰਾ ਕਰਦੇ ਨੇ। ਬੇਸ ਨੇ ਗੇਟ ਸਾਡੇ ਡਿਜੀਟਲ ਸਿਸਟਮ ਦਾ। ਜਿਹੜੇ ਲੌਜਿਕ ਗੇਟਸ ਹੈ ਇਹਨਾਂ ਦੀਆਂ ਇੱਕ ਜਾਂ ਇੱਕ ਤੋਂ ਜ਼ਿਆਦਾ ਇਨਪੁਟ ਹੋ ਸਕਦੀਆਂ ਅਤੇ ਇੱਕ ਆਊਟਪੁੱਟ ਹੁੰਦੀ ਹੈ। ਇਨਪੁਟ ਔਰ ਆਊਟਪੁੱਟ ਦੇ ਵੱਖ-ਵੱਖ ਕੰਬੀਨੇਸ਼ਨ ਨਾਲ ਸਾਨੂੰ ਰਿਜ਼ਲਟ ਮਿਲਦੇ ਨੇ। ਇਨਪੁਟ ਔਰ ਆਊਟਪੁੱਟ ਦੇ ਇੰਟਰਨਲੀ ਵੱਖ-ਵੱਖ ਦੇ ਬਿਹਾਫ ਤੇ ਫੰਕਸ਼ਨ ਪਰਫਾਰਮ ਕੀਤੇ ਜਾਂਦੇ ਨੇ, ਜਿਹਦੇ ਮੁਤਾਬਕ ਸਾਨੂੰ ਆਊਟਪੁੱਟ ਮਿਲਦੀਆਂ ਨੇ। ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਵੱਖ-ਵੱਖ ਇਨਪੁਟ ਕੰਬੀਨੇਸ਼ਨ ਨਾਲ ਸਾਨੂੰ ਵੱਖ-ਵੱਖ ਆਊਟਪੁੱਟ ਮਿਲਦੀਆਂ ਨੇ। ਅਸੀਂ ਜ਼ਰੂਰਤ ਦੇ ਹਿਸਾਬ ਨਾਲ ਉਹ ਵਾਲਾ ਲੌਜਿਕ ਗੇਟ ਆਪਣੇ ਸਰਕਿਟ ਦੇ ਵਿੱਚ ਇੰਸਟਾਲ ਕਰ ਲੈਂਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਇਸ ਦੀਆਂ ਕਿਸਮਾਂ ਦੀ। ਜਿਹੜੀਆਂ ਇਹਦੀਆਂ ਟਾਈਪਸ ਨੇ ਉਹਨੂੰ ਦੋ ਤਰ੍ਹਾਂ ਨਾਲ ਵੰਡਿਆ ਗਿਆ ਹੈ। ਵਨ ਇਜ਼ ਬੇਸਿਕ ਗੇਟ, ਨੈਕਸਟ ਇਜ਼ ਕੰਬੀਨੇਸ਼ਨ ਗੇਟਸ। ਮੈਂ ਇੱਕ ਚੀਜ਼ ਹੋਰ ਕਲੀਅਰ ਕਰਦੀ ਹਾਂ, ਗੇਟਸ ਇਸ ਤੋਂ ਬਿਨਾਂ ਹੋਰ ਵੀ ਨੇ, ਲੇਕਿਨ ਵੋਕੇਸ਼ਨਲ ਦੇ ਸਿਲੇਬਸ ਦੇ ਵਿੱਚ ਸਿਰਫ ਇਹ 6 ਨੇਗੇ, ਇਸੇ ਕਰਕੇ ਮੈਂ ਇਹਨਾਂ ਨੂੰ ਐਕਸਪਲੇਨ ਕਰ ਰਹੀ ਹਾਂ। ਇਹਦੀਆਂ ਟਾਈਪਸ ਨੂੰ ਅਸੀਂ ਬੇਸਿਕ ਗੇਟ, ਕੰਬੀਨੇਸ਼ਨ ਗੇਟ ਵੀ ਕਹਿੰਦੇ ਆ। ਬਹੁਤ ਵਾਰ ਇੱਕ ਨੰਬਰ 'ਚ ਆ ਵੀ ਜਾਂਦਾ ਹੈ ਕਿ ਗੇਟਸ ਦੀਆਂ ਕਿਸਮਾਂ ਦੱਸੋ। ਬੇਸਿਕ ਗੇਟ ਹੋ ਗਏ 3 ਤਰ੍ਹਾਂ ਦੇ, ਐਂਡ, ਔਰ, ਨॉट। ਕੰਬੀਨੇਸ਼ਨ ਹੋ ਗਏ ਨੈਂਡ, ਨੌਰ, ਐਕਸਔਰ। ਜਿਹੜੇ ਸਾਡੇ ਕੰਬੀਨੇਸ਼ਨ ਗੇਟ ਨੇ ਨਾ, ਉਹ ਬੇਸਿਕ ਗੇਟਸ ਦੇ ਵਿੱਚੋਂ ਦੋ ਨੂੰ ਕੰਬਾਈਨ ਕਰਕੇ ਬਣਾਏ ਜਾਂਦੇ ਨੇ। ਜਿਵੇਂ ਕਿ ਨॉट ਔਰ ਐਂਡ ਨੂੰ ਜੋੜ ਕੇ ਬਣਦਾ ਨੈਂਡ, ਨॉट ਔਰ ਨੂੰ ਬਣਦਾ ਨੌਰ। ਇਸੇ ਲਈ ਸਾਡੇ ਕੰਬੀਨੇਸ਼ਨ ਗੇਟ ਤੋਂ ਭਾਵ ਹੈ ਕੰਬਾਈਨ ਕਰਕੇ ਬਣਾਇਆ ਹੋਇਆ ਗੇਟ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਅੱਜ ਬੇਸਿਕ ਗੇਟਸ। ਫਸਟ ਗੇਟ ਹੈ ਐਂਡ ਗੇਟ। ਜਦੋਂ ਵੀ ਆਪਾਂ ਕਿਸੇ ਗੇਟ ਨੂੰ ਐਕਸਪਲੇਨ ਕਰਨਾ ਹੈ, ਸਭ ਤੋਂ ਪਹਿਲਾਂ ਆਪਾਂ ਉਸ ਨੂੰ ਡਿਫਾਈਨ ਕਰਾਂਗੇ, ਨੈਕਸਟ ਉਸ ਦਾ ਸਿੰਬਲ ਬਣਾਵਾਂਗੇ, ਉਸਦੀ ਬੂਲੀਅਨ ਐਕਸਪ੍ਰੈਸ਼ਨ ਦੱਸਾਂਗੇ, ਫਿਰ ਆਪਾਂ ਉਸਦਾ ਟਰੁਥ ਟੇਬਲ ਬਣਾਵਾਂਗੇ ਜਿਸ ਦੇ ਵਿੱਚ ਇਨਪੁਟ ਦੇ ਵੱਖ-ਵੱਖ ਕੰਬੀਨੇਸ਼ਨਸ ਅਕੋਰਡਿੰਗ ਆਊਟਪੁੱਟ ਕੀ ਆਊਗੀ ਉਹ ਸ਼ੋ ਕੀਤਾ ਹੋਇਆ ਹੈ। ਹਰ ਇੱਕ ਗੇਟ ਨੂੰ ਆਪਾਂ ਇਦਾਂ ਹੀ ਐਕਸਪਲੇਨ ਕਰਨਾ ਹੈ। ਫਰਸਟ ਇਜ਼ ਡੈਫੀਨੇਸ਼ਨ, ਨੈਕਸਟ ਇਜ਼ ਸਿੰਬਲ, ਥਰਡ ਇਜ਼ ਬੂਲੀਅਨ ਐਕਸਪ੍ਰੈਸ਼ਨ ਕੀ ਆਏਗੀ, ਐਂਡ ਦਾ ਫੋਰਥ ਇਜ਼ ਟਰੁਥ ਟੇਬਲ ਔਰ ਇਸ ਦੀ ਡੈਫੀਨੇਸ਼ਨ, ਭਾਵ ਇਸ ਨੂੰ ਡਿਫਾਈਨ ਵੀ ਕਰਨਾ ਹੈਗਾ। ਹੁਣ ਆਪਾਂ ਸਟਾਰਟ ਕਰਦੇ ਹਾਂ ਡੈਫੀਨੇਸ਼ਨ ਤੋਂ। ਜਿਹੜਾ ਐਂਡ ਗੇਟ ਹੈ ਇਹ ਕੀ ਪਰਫਾਰਮ ਕਰਦਾ ਹੈ? ਐਂਡ ਆਪਰੇਸ਼ਨ, ਮੀਨਸ ਮਲਟੀਪਲੀਕੇਸ਼ਨ ਕਰਦਾ ਹੈ ਦੋ ਇਨਪੁਟਸ ਦੀ। ਇਸ ਦਾ ਸਿੰਬਲ ਹੈ, ਦੇਖੋ ਇਹੀ ਸ਼ੋ ਹੋ ਰਿਹਾ, 2 ਇਨਪੁਟਸ A B, ਐਂਡ ਲਿਖਿਆ, ਇੱਥੇ Y ਆਊਟਪੁੱਟ ਇੱਕ, A ਡਾਟ B ਮਤਲਬ ਕਿ A ਮਲਟੀਪਲਾਈ ਬਾਈ B, A ਐਸ ਦੀ ਬੂਲੀਅਨ ਐਕਸਪ੍ਰੈਸ਼ਨ। ਨੈਕਸਟ ਹੈ ਟਰੁਥ ਟੇਬਲ। ਟਰੁਥ ਟੇਬਲ ਦੇ ਵਿੱਚ ਦੋ ਇਨਪੁਟ ਸ਼ੋ ਹੋ ਰਹੀ ਹੈ, ਇੱਕ ਆਊਟਪੁੱਟ Y ਜੋ ਇੱਥੇ ਆਈ ਸੀ ਉਹੀ ਆਊਟਪੁੱਟ ਆਪਾਂ ਬਣਾਈ ਹੈ। ਹੁਣ ਸਮਝਣ ਦੀ ਗੱਲ ਹੈ ਇਨਪੁਟ ਕੰਬੀਨੇਸ਼ਨਸ। ਪਹਿਲਾਂ ਦੋਨੋਂ 0 ਨੇ, 0 ਤੋਂ ਭਾਵ ਹੁੰਦਾ ਲੋ। ਜਦੋਂ ਦੋ ਲੋ ਨੂੰ ਮਲਟੀਪਲਾਈ ਕਰਾਂਗੇ ਲੋ ਆਊਟਪੁੱਟ। ਹੁਣ ਇੱਕ ਲੋ ਇੱਕ ਹਾਈ ਤਾਂ ਵੀ ਆਊਟਪੁੱਟ ਕੀ ਹੈ? ਲੋ, ਕਿਉਂਕਿ ਮਲਟੀਪਲਾਈ ਹੋ ਗਈਆਂ। ਨੈਕਸਟ ਹਾਈ A ਤੇ B ਤੇ ਲੋ, ਆਊਟਪੁੱਟ ਕੀ ਹੈ? 0। ਨੈਕਸਟ ਦੋਨੋਂ ਹਾਈ, 1 ਮਲਟੀਪਲਾਈ 1 ਤਾਂ ਆ ਗਿਆ 1। ਟਰੁਥ ਟੇਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਗਰ ਕੋਈ ਵੀ ਇਨਪੁਟ ਲੋ ਹੈ, ਭਾਵ ਕਿਸੇ 'ਚ ਵੀ 0 ਹੈ, ਤਾਂ ਆਊਟਪੁੱਟ ਹਮੇਸ਼ਾ ਲੋ ਆਏਗੀ। ਹਾਈ ਸਿਰਫ ਉਦੋਂ ਆਏਗੀ ਜਦੋਂ ਦੋਨੋਂ ਇਨਪੁਟਸ ਕੀ ਨੇ ਸਾਡੀਆਂ? ਹਾਈ। ਆਪਾਂ ਟਰੁਥ ਟੇਬਲ ਦੀ ਐਕਸਪਲੇਨੇਸ਼ਨ 'ਚ ਇਹੀ ਲਿਖਣਾ ਹੈ ਕਿ ਜੇ ਦੋਨੋਂ ਇਨਪੁਟਸ 'ਚੋਂ ਕੋਈ ਵੀ ਇਨਪੁਟ ਲੋ ਹੈ ਤਾਂ ਆਊਟਪੁੱਟ ਲੋ ਰਹੇਗੀ, ਜੇਕਰ ਦੋਨੋਂ ਹਾਈ ਹੋਣਗੀਆਂ ਤਾਂ ਹੀ ਸਾਡੀ ਆਊਟਪੁੱਟ ਕੀ ਆਏਗੀ? ਹਾਈ। ਇਹ ਸੀਗਾ ਆਪਣਾ ਐਂਡ ਗੇਟ। ਨੈਕਸਟ ਆਪਾਂ ਕਰਾਂਗੇ ਔਰ ਗੇਟ। ਸਭ ਤੋਂ ਪਹਿਲਾਂ ਇਸ ਨੂੰ ਡਿਫਾਈਨ ਕਰਾਂਗੇ। ਔਰ ਗੇਟ ਪਰਫਾਰਮ ਕਰਦਾ ਹੈ ਐਡੀਸ਼ਨ,
ਇਸ ਦੇ ਵਿੱਚ ਦੋ ਇਨਪੁਟਸ ਨੂੰ ਐਡ ਕੀਤਾ ਜਾਂਦਾ ਹੈ। ਇਸ ਦੀਆਂ ਟੂ ਇਨਪੁਟਸ ਹੁੰਦੀਆਂ, ਇੱਕ ਹੁੰਦੀ ਹੈ ਆਊਟਪੁੱਟ। ਨੈਕਸਟ ਇਜ਼ ਦਾ ਸਿੰਬਲ। ਇਸ ਦਾ ਸਿੰਬਲ ਬਣਿਆ ਟੂ ਇਨਪੁਟਸ A B, ਇੱਕ ਆਊਟਪੁੱਟ y ਨਾਲ ਰਿਪਰੈਜ਼ੈਂਟ ਕਰਦੇ ਹਾਂ। ਇਹ ਪਰਫਾਰਮ ਕੀ ਕਰਦਾ ਹੈ, A plus B ਦੋਨਾਂ ਦੀ ਐਡੀਸ਼ਨ ਕਰਦਾ ਹੈ। ਇਸੇ ਲਈ ਬੂਲੀਅਨ ਐਕਸਪ੍ਰੈਸ਼ਨ ਨੂੰ ਆਪਾਂ A plus B ਨਾਲ ਡੋਨੇਟ ਕੀਤਾ ਹੈ। ਜਿਹੜਾ ਪਲੱਸ ਹੈ ਇਹ ਸਾਨੂੰ ਦੱਸਦਾ ਹੈ ਕਿ OR ਗੇਟ ਦਾ ਇਹ ਬੂਲੀਅਨ ਐਕਸਪ੍ਰੈਸ਼ਨ ਹੈ। ਨੈਕਸਟ ਆਪਾਂ ਕਰਾਂਗੇ ਟਰੁਥ ਟੇਬਲ। ਟਰੁਥ ਟੇਬਲ ਦੇ ਵਿੱਚ ਆਪਾਂ ਇਹ AB ਇਨਪੁਟਸ ਲੈ ਲਈਆਂ, Y ਸਾਡੀ ਕੀ ਹੈ, ਆਊਟਪੁੱਟ ਹੈ। ਇੱਥੇ ਅਸੀਂ ਇਨਪੁੱਟ ਦੇ ਵੱਖ-ਵੱਖ ਕੰਬੀਨੇਸ਼ਨ ਦਿਖਾਏ ਹੈ। ਜੇ ਦੋਨੋਂ ਇਨਪੁਟਸ ਲੋ ਨੇ, ਆਊਟਪੁੱਟ ਕੀ ਹੈ, ਲੋ। ਅਗਰ ਇੱਕ ਇਨਪੁਟ ਹਾਈ ਹੈ, B ਹਾਈ ਹੈ ਤਾਂ ਆਊਟਪੁੱਟ ਹਾਈ। ਅਗਰ A ਹਾਈ ਹੈ, B ਲੋ ਤਾਂ ਆਊਟਪੁੱਟ ਕੀ ਹੈ, ਹਾਈ। ਅਗਰ ਦੋਨੋਂ ਹਾਈ ਨੇ ਇਨਪੁਟਸ ਤਾਂ ਵੀ ਆਊਟਪੁੱਟ ਕੀ ਹੈ, ਹਾਈ। ਸੋ ਇਸ ਦੀ ਸਮਰੀ ਚ ਆਪਾਂ ਕੀ ਲਿਖਾਂਗੇ, ਅਗਰ ਦੋਨੋਂ ਇਨਪੁਟਸ ਲੋ ਨੇ ਤਾਂ ਆਊਟਪੁੱਟ ਲੋ ਆਏਗੀ, 0 plus 0 is equal to 0। ਅਗਰ ਕੋਈ ਵੀ ਇਨਪੁਟ ਸਾਡੀ ਹਾਈ ਹੋ ਜਾਂਦੀ ਹੈ ਤਾਂ ਆਊਟਪੁੱਟ ਹਮੇਸ਼ਾ ਰਹੇਗੀ ਹਾਈ। ਨੈਕਸਟ ਆਪਾਂ ਕਰਦੇ ਹਾਂ ਨॉट ਗੇਟ। ਨॉट ਗੇਟ ਨੂੰ ਇਨਵਰਟਰ ਗੇਟ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਡੀ ਇਨਪੁਟ ਨੂੰ ਇਨਵਰਟ ਕਰ ਦਿੰਦਾ ਹੈ। ਭਾਵ ਅਗਰ ਇਨਪੁਟ 0 ਹੈ ਤਾਂ ਆਊਟਪੁੱਟ 1 ਆ ਜਾਂਦੀ ਹੈ, ਜੇ 1 ਇਨਪੁਟ ਹੈ ਤਾਂ ਆਊਟਪੁੱਟ 0 ਆ ਜਾਂਦੀ ਹੈ। ਇਹ ਸਾਨੂੰ ਇਨਪੁਟ ਦਾ ਕੰਪਲੀਮੈਂਟ ਕਰਕੇ ਦਿੰਦਾ ਹੈ, ਉਸਨੂੰ ਇਨਵਰਟ ਕਰ ਦਿੰਦਾ ਹੈ। ਇਸੇ ਲਈ ਇਸ ਨੂੰ ਇਨਵਰਟਰ ਗੇਟ ਵੀ ਕਿਹਾ ਜਾਂਦਾ ਹੈ। ਇਸ ਗੇਟ ਦੀ ਸਿਰਫ ਇੱਕ ਇਨਪੁਟ ਹੁੰਦੀ ਹੈ, ਇੱਕ ਹੀ ਆਊਟਪੁੱਟ ਹੁੰਦੀ ਹੈ। ਇਸ ਦਾ ਸਿੰਬਲ ਹੈ ਛੋਟਾ ਜਿਹਾ ਟ੍ਰਾਇੰਗਲ, ਟ੍ਰਾਇੰਗਲ ਦੇ ਅੱਗੇ ਇੱਕ ਗੋਲ ਚੱਕਰ ਲੱਗਿਆ ਹੋਇਆ ਹੈ। ਇਹ ਇਸ ਦੀ ਇੱਕ ਇਨਪੁਟ ਹੈ ਜਿਸ ਨੂੰ A ਲਿਖਿਆ ਹੈ। ਇਹ ਇਸ ਦੀ ਆਊਟਪੁੱਟ ਹੈ ਜਿਸ ਨੂੰ A ਬਾਰ ਲਿਖਿਆ ਹੈ, ਭਾਵ ਇਨਪੁਟ ਦਾ ਕੰਪਲੀਮੈਂਟ ਜਾਂ ਫਿਰ ਇਨਵਰਟ। ਟਰੁਥ ਟੇਬਲ ਵੀ ਆਪਾਂ ਨੂੰ ਇਹੀ ਸ਼ੋ ਕਰ ਰਿਹਾ ਹੈ, ਇੱਕ ਇਨਪੁਟ ਇੱਕ ਆਊਟਪੁੱਟ। ਜੇ ਇਨਪੁਟ 0 ਹੈ ਤਾਂ ਉਹਦਾ ਕੰਪਲੀਮੈਂਟ 1 ਹੋ ਗਿਆ, ਜੇ ਇਨਪੁਟ 1 ਹੈ ਤਾਂ ਉਸਦਾ ਕੰਪਲੀਮੈਂਟ 0 ਹੋ ਗਿਆ। ਸੋ ਅੱਜ ਦੀ ਵੀਡੀਓ 'ਚ ਆਪਾਂ ਸਿਰਫ ਇਹ 3 ਬੇਸਿਕ ਗੇਟ ਕੀਤੇ ਨੇ। ਕੰਬੀਨੇਸ਼ਨ ਗੇਟਸ ਨੂੰ ਨੈਕਸਟ ਵੀਡੀਓ 'ਚ ਕਰਾਂਗੇ। ਥੈਂਕ ਯੂ।